ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ABP ਸਾਂਝਾ ਦੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਬਾਣੀ ਦੇ ਵਿੱਚ। ਬਾਣੀ ਦਾ ਸਫ਼ਰ ਤੁਹਾਡੇ ਸਭ ਦੇ ਪਿਆਰ ਨਾਲ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ। ਨਿਤ ਦਿਨ ਅਸੀਂ ਇੱਕ ਨਵੇਂ ਵਿਸ਼ੇ ਦੇ ਨਾਲ ਤੇ ਇੱਕ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੇ ਸਭ ਦੇ ਰੂਬਰੂ ਹੁੰਦੇ ਆ ਤੇ ਅੱਜ ਅਸੀਂ ਤੁਹਾਡੇ ਸਭ ਦੇ ਰੂਬਰੂ ਲੈ ਕੇ ਹੋਏ ਆ ਉਸ ਸ਼ਖਸੀਅਤ ਨੂੰ ਜਿਨ੍ਹਾਂ ਨੇ ਗੁਰਮਤ ਸੰਗੀਤ ਦੇ ਵਿਕਾਸ ਦੇ ਵਿੱਚ ਬਹੁਤ ਯੋਗਦਾਨ ਪਾਇਆ ਹੈ, ਕਾਬਲੇ ਤਾਰੀਫ ਯੋਗਦਾਨ ਅਸੀਂ ਕਹਿ ਸਕਦੇ ਹਾਂ। ਸਾਡੇ ਨਾਲ ਜੁੜੇ ਹੋਏ ਨੇ ਅੱਜ ਡਾਕਟਰ ਗੁਰਨਾਮ ਸਿੰਘ ਜੀ, ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਐਕੈਡਮਿਕ ਨੇ। ਨਾਲ ਹੀ ਨਾਲ ਗੁਰਮਤ ਸੰਗੀਤ ਵਿਭਾਗ ਇਹਨਾਂ ਨੇ ਇੱਥੇ ਸ਼ੁਰੂ ਕੀਤਾ ਤੇ ਨਾਲ ਹੀ ਨਾਲ ਗੁਰਮਤ ਸੰਗੀਤ ਚੇਅਰ ਦੇ ਫਾਊਂਡਰ ਪ੍ਰੋਫੈਸਰ ਹੈਡ ਨੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਡਾਕਟਰ ਸਾਹਿਬ, ਗੁਰਮਤ ਸੰਗੀਤ ਦੇ ਨਾਲ ਤੁਸੀਂ ਜੁੜੇ ਹੋਏ ਹੋ, ਤੁਹਾਡਾ ਨਾਮ ਹੈ ਜਿਹੜਾ ਕਿਸੇ ਵੀ ਪਛਾਣ ਦਾ ਮੁਹਤਾਜ ਨਹੀਂ ਹੈ, ਪੂਰੀ ਦੁਨੀਆ ਦੇ ਵਿੱਚ ਜਾਣਦੇ ਨੇ। ਸੰਗੀਤ ਨੂੰ ਲੈ ਕੇ ਕਾਫੀ ਸਾਰੇ ਐਪੀਸੋਡ ਕਰ ਚੁੱਕੇ ਹਾਂ, ਪਰ ਗੁਰਮਤ ਸੰਗੀਤ ਦਾ ਜਦੋਂ ਮਨ ਦੇ ਵਿੱਚ ਖਿਆਲ ਆਇਆ ਤਾਂ ਸਭ ਤੋਂ ਪਹਿਲਾਂ ਤੁਹਾਡਾ ਹੀ ਨਾਮ ਆਇਆ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਇਹੀ ਸਵਾਲ ਪੁੱਛਣਾ ਚਾਹਾਂਗੀ ਕਿ ਸੰਗੀਤ ਤੇ ਗੁਰਮਤ ਸੰਗੀਤ ਦੇ ਵਿੱਚ ਕੀ ਭੇਦ ਹੈ ਤੇ ਗੁਰਮਤ ਸੰਗੀਤ ਦੀ ਉਪਜ ਕਦੋਂ ਹੁੰਦੀ ਹੈ? ਗੁਰਮਤ ਸੰਗੀਤ ਦੀ ਉਪਜ ਜਾਂ ਉਤਪਤੀ ਆਪਾਂ ਕਹੀਏ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸ਼ਬਦ ਰਾਹੀਂ ਆਪਣਾ ਸੰਚਾਰ ਕੀਤਾ ਆਪਣੇ ਅਧਿਆਤਮਿਕ ਸੰਦੇਸ਼ ਦਾ ਜੀ, ਤਾਂ ਉਸ ਦੇ ਨਾਲ ਹੀ ਗੁਰਮਤ ਸੰਗੀਤ ਦੀ ਉਤਪਤੀ ਹੁੰਦੀ ਹੈ। ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਵੀ ਉਹ ਉਦਾਸੀਆਂ ਤੇ ਗਏ ਤਾਂ ਉਹਨਾਂ ਨੇ ਆਪਣੀ ਬਾਣੀ ਦਾ ਉਪਦੇਸ਼ ਜਿਹੜਾ ਹੈ ਉਹ ਸ਼ਬਦ ਦੇ ਕੀਰਤਨ ਦੁਆਰਾ ਦਿੱਤਾ। ਭਾਈ ਮਰਦਾਨਾ ਜੀ ਉਹਨਾਂ ਦੇ ਸੰਗੀ, ਰਬਾਬੀ ਭਾਈ ਮਰਦਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਔਰ ਸਾਡੀਆਂ ਜਿਹੜੇ ਗੁਰਮਤ ਸੰਗੀਤ ਜਾਂ ਸਿੱਖ ਸਰੋਤ ਨੇ ਉਹਨਾਂ ਵਿੱਚ ਅਕਸਰ ਆਉਂਦਾ ਪੁਰਾਤਨ ਜਨਮ ਸਾਖੀਆਂ ਵਿੱਚ ਕਿ ਮਰਦਾਨਿਆਂ ਛੇੜ ਰਬਾਬ ਬਾਣੀ ਆਈ ਆ। ਤਾਂ ਉਹ ਗੁਰਮਤ ਸੰਗੀਤ ਦੀ ਉਤਪਤੀ ਦਾ ਆਗਾਜ਼ ਦਾ ਉਹ ਸਮਾਂ ਹੈ ਜਦੋਂ ਗੁਰੂ ਨਾਨਕ ਪਾਤਸ਼ਾਹ ਸ਼ਬਦ ਦੇ ਕੀਰਤਨ ਰਾਹੀਂ ਸਾਰੀ ਦੁਨੀਆ ਨੂੰ ਆਪਣਾ ਸੁਨੇਹਾ ਦੇ ਰਹੇ ਨੇ। ਉਹਦੇ ਨਾਲ ਹੀ, ਕਿਉਂਕਿ ਸ਼ਬਦ ਸਾਡਾ ਗੁਰੂ ਹੈ ਔਰ ਉਸ ਦਾ ਕੀਰਤਨ ਜਿਹੜਾ ਸਾਡਾ ਗੁਰਮਤ ਸੰਗੀਤ ਹੈ ਉਸ ਦਾ ਆਗਾਜ਼ ਤੇ ਉਤਪਤੀ ਉਸ ਦੇ ਨਾਲ ਹੁੰਦੀ ਹੈ। ਜੀ, ਤਾਂ ਡਾਕਟਰ ਸਾਹਿਬ, ਇੱਕ ਸ਼ਬਦੀ ਅਰਥ ਅਸੀਂ ਲੈ ਰਹੀਏ ਗੁਰਮਤ ਸੰਗੀਤ ਦਾ, ਤਾਂ ਉਹ ਕੀ ਹੈ ਗੁਰਮਤ ਸੰਗੀਤ ਤੋਂ ਭਾਵ? ਗੁਰਮਤ ਸੰਗੀਤ ਦੇ ਸ਼ਬਦੀ ਅਰਥ ਗੁਰ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ ਜਿਨ੍ਹਾਂ ਨੇ ਗੁਰਮਤ ਸੰਗੀਤ ਨੂੰ ਜਾਂ ਸ਼ਬਦ ਕੀਰਤਨ ਨੂੰ ਇੱਕ ਮਰਿਆਦਤ ਪਰੰਪਰਾ ਬਣਾਈ ਔਰ ਸਿਧਾਂਤਕ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਨੂੰ ਗੁਰਮਤ ਸੰਗੀਤ ਦਾ ਇੱਕ ਸਿਧਾਂਤ ਦਿੱਤਾ। ਸੋ ਉਹ ਗੁਰੂ ਸਾਡਾ ਸ਼ਬਦ ਗੁਰੂ ਔਰ ਮਤ ਸਿਧਾਂਤ ਗੁਰ ਸਿਧਾਂਤ ਦਾ ਅਨੁਸਾਰੀ ਸੰਗੀਤ ਗੁਰਮਤ ਸੰਗੀਤ, ਜਾਂ ਇੰਝ ਕਹਿ ਲਈਏ ਕਿ ਗੁਰੂਜ਼ ਮਿਊਜ਼ਿਕ ਗੁਰਮਤ ਸੰਗੀਤ। ਸੋ ਇਸ ਤਰ੍ਹਾਂ ਜੋ ਗੁਰੂ ਸਾਹਿਬਾਨ ਨੇ ਸਾਨੂੰ ਸਿਧਾਂਤਕ ਤੇ ਮਰਿਆਦਤ ਰੂਪ ਵਿੱਚ ਸਾਨੂੰ ਸ਼ਬਦ ਕੀਰਤਨ ਦੀ ਪਰੰਪਰਾ ਦਿੱਤੀ ਹੈ, ਉਸ ਨੂੰ ਅਸੀਂ ਗੁਰਮਤ ਸੰਗੀਤ ਵਜੋਂ ਪਛਾਣਦੇ ਹਾਂ। ਜੀ, ਫਿਰ ਡਾਕਟਰ ਸਾਹਿਬ ਅੱਗੇ ਵਧੀਏ। ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਸ਼ੁਰੂਆਤ ਕੀਤੀ ਇਸ ਵੱਡੇ ਖਜ਼ਾਨੇ ਦੀ, ਤਾਂ ਰਸਮੀ ਤੌਰ ਤੇ ਫਿਰ ਕਦੋਂ ਸ਼ੁਰੂਆਤ ਹੁੰਦੀ ਹੈ ਸਿੱਖ ਧਰਮ ਦੇ ਵਿੱਚ? ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਹੀ ਸ਼ਬਦ ਦੇ ਕੀਰਤਨ ਨਾਲ ਜਿਹੜਾ ਹੈ ਉਹਨਾਂ ਨੇ ਸਾਰੀ ਲੋਕਾਈ ਨੂੰ ਆਪਣਾ ਸੰਦੇਸ਼ ਦਿੱਤਾ, ਜਿਵੇਂ ਕਿ ਮੈਂ ਪਹਿਲਾਂ ਕਿਹਾ। ਪਰ ਉਸ ਦੇ ਨਾਲ ਹੀ ਜਿਸ ਤਰ੍ਹਾਂ ਤੇ ਵੀ ਗਏ ਉਹਨਾਂ ਨੇ ਸ਼ਬਦ ਕੀਰਤਨ ਕੀਤਾ। ਪਰ ਕਰਤਾਰਪੁਰ ਜਦੋਂ ਉਹਨਾਂ ਨੇ ਵਸਾਇਆ ਤਾਂ ਉੱਥੇ ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਪ ਉਚਾਰਾ ਦਾ ਸਾਡੇ ਕੋਲ ਭਾਈ ਗੁਰਦਾਸ ਜੀ ਦਾ ਫਰਮਾਨ ਹੈ। ਤੇ ਉਸ ਵੇਲੇ ਉਹਨਾਂ ਨੇ ਉੱਥੇ ਅਗਰ ਕੀਰਤਨ ਚੌਕੀਆਂ ਦੇ ਸੰਦਰਭ ਵਿੱਚ ਵੇਖੀਏ ਤਾਂ ਉੱਥੋਂ ਕੀਰਤਨ ਚੌਕੀਆਂ ਦਾ ਇੱਕ ਆਰੰਭ ਹੋਇਆ ਸ਼ਬਦ ਕੀਰਤਨ ਦੀ, ਜਿਹੜੀ ਇੱਕ ਕੰਪਲੀਟ ਕੀਰਤਨ ਪਰਫਾਰਮੈਂਸ ਹੈ। ਔਰ ਇਹ ਵੀ ਕਿਹਾ ਜਾਂਦਾ, ਹਿਸਟੋਰੀਕਲ ਇਫੈਕਟ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਨਮੁਖ ਆਸਾ ਦੀ ਵਾਰ ਦਾ ਜਿਹੜਾ ਕੀਰਤਨ ਸੀ ਉਹ ਪ੍ਰਾਰੰਭ ਕੀਤਾ। ਔਰ ਇਸ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਗੁਰੂ ਅੰਗਦ ਪਾਤਸ਼ਾਹ ਦੇ ਵੇਲੇ ਤੱਕ ਸੋਦਰ ਆਰਤੀ ਔਰ ਆਸਾ ਦੀ ਵਾਰ ਪ੍ਰਮੁੱਖ ਤੌਰ ਤੇ ਸਾਡੀਆਂ ਸ਼ਬਦ ਕੀਰਤਨ ਚੌਕੀਆਂ ਦੇ ਰੂਪ ਦੇ ਵਿੱਚ ਸਾਹਮਣੇ ਆਈਆਂ। ਔਰ ਉਹੀ ਸਮਾਂ ਸੀ, ਉਹੀ ਸਥਾਨ ਸੀ ਜਿੱਥੋਂ ਇਹ ਕੀਰਤਨ ਦਾ ਜਿਹੜਾ ਪ੍ਰਵਾਹ ਹੈ ਗੁਰਮਤ ਸੰਗੀਤ ਦੇ ਰੂਪ ਵਿੱਚ ਸਾਡੇ ਸਨਮੁਖ ਵਿਕਸਿਤ ਹੁੰਦਾ ਗਿਆ। ਸੋ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਇੱਕ ਧਾਰਨਾ ਹੈ ਕਿ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਸੋ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਰਬਾਬ ਪਹਿਲਾ ਇੰਸਟਰੂਮੈਂਟ ਸੀਗਾ ਗੁਰਮਤ ਸੰਗੀਤ ਦੇ ਵਿੱਚ। ਉਸ ਤੋਂ ਬਾਅਦ ਫਿਰ ਤੰਤੀ ਸਾਜ਼ਾਂ ਦਾ ਕਿਵੇਂ ਵਿਕਾਸ ਹੋਇਆ, ਕਿਹੜੇ ਸਾਜ਼ ਫਿਰ ਆਉਂਦੇ ਗਏ? ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਜਿਵੇਂ ਵੱਖ-ਵੱਖ ਰਾਗਾਂ ਵਿੱਚ ਹੈ, ਵੱਖ-ਵੱਖ ਗਾਇਨ ਸ਼ੈਲੀਆਂ ਵਿੱਚ ਹੈ ਔਰ ਇੱਕ ਖਾਸ ਸੰਗੀਤ ਦਾ ਵਿਧਾਨ ਦਿੱਤਾ ਹੈ। ਉਹਦੇ ਨਾਲ ਹੀ ਹਰ ਗੁਰੂ ਸਾਹਿਬ ਨੇ ਸਾਨੂੰ ਇੱਕ ਇੰਸਟਰੂਮੈਂਟ ਵੀ ਦਿੱਤਾ ਹੈ। ਜੇ ਆਪਾਂ ਦੇਖੀਏ ਗੁਰੂ ਨਾਨਕ ਪਾਤਸ਼ਾਹ ਸਾਨੂੰ ਰਬਾਬ ਦੇ ਰਹੇ ਨੇ,
ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਅਰਜਨ ਪਾਤਸ਼ਾਹ ਸਾਨੂੰ ਸਰੰਦਾ ਦੇ ਰਹੇ ਨੇ ਤਾਂ ਕਿ ਉਸ ਨਾਲ ਅਸੀਂ ਕੀਰਤਨ ਕਰ ਸਕੀਏ। ਉਸ ਦਾ ਪ੍ਰਚਾਰ ਕੀਤਾ ਉਹਨਾਂ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੋਰ ਦੀ ਸ਼ਕਲ ਦਾ ਤਾਊਸ, ਉਹਨਾਂ ਦੇ ਕਾਲ ਵਿੱਚ ਇਹ ਇੰਸਟਰੂਮੈਂਟ ਵਿਕਸਿਤ ਹੋਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਵਿੱਚ ਦਿਲਰੂਬਾ ਵਿਕਸਿਤ ਹੋਇਆ। ਔਰ ਇਹ ਸਾਰੇ ਤੰਬੂਰਾ, ਇਹ ਤਾਨਪੁਰਾ, ਇਹ ਸਾਰੇ ਸਾਜ਼ ਸਾਡੇ ਸਿੱਖ ਕੀਰਤਨ ਦਾ, ਸ਼ਬਦ ਕੀਰਤਨ ਦਾ ਜਿਹੜਾ ਨੇ ਉਹ ਹਿੱਸਾ ਰਹੇ ਨੇ। ਔਰ ਹਰ ਗੁਰੂ ਸਾਹਿਬਾਨ ਨੇ ਇਸ ਪਰੰਪਰਾ ਨੂੰ ਵੀ, ਗਾਇਨ ਦੀ ਪਰੰਪਰਾ ਦੇ ਨਾਲ ਨਾਲ ਜੋ ਵਾਦਨ ਦੀ ਪਰੰਪਰਾ ਸੀ ਉਸ ਨੂੰ ਵੀ ਵਿਕਸਿਤ ਕੀਤਾ। ਜੀ ਬਿਲਕੁਲ ਡਾਕਟਰ ਸਾਹਿਬ। ਫਿਰ ਅੱਜ ਕੱਲ੍ਹ ਜੇ ਦੇਖੀਏ ਤਾਂ ਜ਼ਿਆਦਾਤਰ ਹਾਰਮੋਨੀਅਮ ਤੇ ਤਬਲਾ, ਇਹਦੇ ਨਾਲ ਹੀ ਅਸੀਂ ਦੇਖਦੇ ਹਾਂ ਗੁਰਦੁਆਰਿਆਂ ਦੇ ਵਿੱਚ ਜਿਹੜਾ ਸੱਭਿਆਚਾਰ ਹੈ ਕਿ ਹਾਰਮੋਨੀਅਮ ਤਬਲੇ ਨਾਲ ਹੀ ਕੀਰਤਨ ਕੀਤਾ ਜਾਂਦਾ ਹੈ। ਤਾਂ ਕੀ ਹਾਰਮੋਨੀਅਮ ਤੰਤੀ ਸਾਜ਼ ਹੈ ਜਾਂ ਨਹੀਂ ਹੈ? ਇਹਦੀ ਕਦੋਂ ਸ਼ੁਰੂਆਤ ਹੁੰਦੀ ਹੈ? ਤੰਤੀ ਸਾਜ਼ ਤੇ ਉਹ ਨੇ ਜਿਹੜੇ ਜਿਨ੍ਹਾਂ ਦੇ ਤਾਰ ਹੁੰਦੀ ਹੈ ਜਾਂ ਸਟ੍ਰਿੰਗ ਹੁੰਦੀ ਹੈ, ਸਟ੍ਰਿੰਗ ਇੰਸਟਰੂਮੈਂਟਸ ਉਹਨਾਂ ਨੂੰ ਅਸੀਂ ਕਹਿੰਦੇ ਹਾਂ। ਸੋ ਗੁਰੂ ਕਾਲ ਜਾਂ ਜਿਹੜਾ ਸਾਡਾ ਮੂਲ ਰੂਪ ਵਿੱਚ ਸਾਡਾ ਸ਼ਬਦ ਕੀਰਤਨ ਹੈ ਗੁਰਮਤਿ ਸੰਗੀਤ ਦਾ, ਉਹ ਰਬਾਬ, ਸਰੰਦਾ, ਤਾਊਸ, ਦਿਲਰੂਬਾ ਇਹਨਾਂ ਸਾਜ਼ਾਂ ਤੇ ਆਧਾਰਿਤ ਹੈ। ਔਰ ਇੰਡੀਅਨ ਕਲਾਸੀਕਲ ਮਿਊਜ਼ਿਕ ਦੇ ਵਿੱਚ ਵੀ ਤੰਬੂਰਾ ਜਾਂ ਤਾਨਪੁਰਾ ਨੂੰ ਇੰਡੀਅਨ ਮਿਊਜ਼ੀਕਲ ਡਰੋਨ ਮੰਨਿਆ ਜਾਂਦਾ ਹੈ। ਔਰ ਹਾਰਮੋਨੀਅਮ ਸੁਖੈਨ ਸਾਜ਼ ਸੀ, ਹਾਰਮੋਨੀਅਮ ਦਾ ਪ੍ਰਵੇਸ਼ ਹੋ ਗਿਆ ਔਰ ਸਾਰਿਆਂ ਨੇ ਇਸ ਨੂੰ ਅਡਾਪਟ ਵੀ ਕਰ ਲਿਆ। ਹੁਣ ਇਸ ਵੇਲੇ ਜਿਹੜਾ ਕੀਰਤਨ ਹੈ ਉਹ ਸਾਰੇ ਅਸੀਂ ਹਾਰਮੋਨੀਅਮ ਦੇ ਨਾਲ ਕਰ ਰਹੇ ਹਾਂ। ਪਰ ਇਹਦੇ ਨਾਲ ਜਦੋਂ ਅਸੀਂ ਸ਼ੁੱਧ ਤੇ ਮੌਲਿਕ ਗੁਰਮਤਿ ਸੰਗੀਤ ਦੀ ਪਰੰਪਰਾ ਦਾ ਪ੍ਰਚਲਨ ਕਰਨਾ ਤਾਂ ਉਸ ਵੇਲੇ ਸਾਨੂੰ ਆਪਣੀ ਵਿਰਾਸਤ ਵੱਲ ਮੁੜਨਾ ਹੋਏਗਾ। ਔਰ ਆਪਣੀ ਵਿਰਾਸਤ ਦੇ ਨਾਲ ਨਾਲ ਸਾਨੂੰ ਆਪਣਾ ਰਬਾਬ, ਆਪਣਾ ਸਰੰਦਾ, ਤਾਊਸ ਜਿਹੜਾ ਹੈ ਆਪਣੀ ਅਗਲੀ ਪੀੜ੍ਹੀ ਨੂੰ ਸੌਂਪਣਾ ਹੋਏਗਾ ਤਾਂ ਕਿ ਉਹ ਇਹਨਾਂ ਸਾਜ਼ਾਂ ਦੇ ਨਾਲ ਜੁੜ ਕੇ ਆਪਣੀ ਗੁਰਮਤਿ ਸੰਗੀਤ ਵਿਰਾਸਤ ਨਾਲ ਜੁੜਨ। ਬਿਲਕੁਲ ਡਾਕਟਰ ਸਾਹਿਬ। ਸੋ ਇੱਕ ਇਤਿਹਾਸਿਕ ਪੱਖ ਦਾ ਕੀਰਤਨ ਚੌਂਕੀਆਂ ਦਾ ਆਪ ਜੀ ਨੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਵਿਕਾਸ ਹੋਇਆ। ਫਿਰ ਆਸਾ ਕੀ ਵਾਰ ਦੀ ਰੀਤ ਹੈ ਉਹ ਕਦੋਂ ਤੋਂ ਸ਼ੁਰੂ ਹੋ ਜਾਂਦੀ ਹੈ? ਕਿਉਂਕਿ ਆਸਾ ਕੀ ਵਾਰ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਨੇ ਰਚੀ ਸੀ। ਹਾਂਜੀ, ਆਸਾ ਦੀ ਵਾਰ ਦੇ ਵਿੱਚ ਮੂਲ ਰੂਪ ਦੇ ਵਿੱਚ ਸਲੋਕ, ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੇ ਕਿਤੋਂ ਨਹੀਂ, ਸਾਨੂੰ ਸਾਰਿਆਂ ਨੂੰ ਪਤਾ ਹੈ। ਔਰ ਉਹ ਰੀਤ ਗੁਰੂ ਅੰਗਦ ਪਾਤਸ਼ਾਹ ਨੇ, ਜੋ ਸਾਡੇ ਕੋਲ ਹਿਸਟੋਰੀਕਲ ਫੈਕਟ ਮਿਲਦਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਸਨਮੁਖ ਆਸਾ ਦੀ ਵਾਰ ਦੀ ਰੀਤ ਚਲਾਈ। ਔਰ ਉਸ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਛੰਤ ਜਿਹੜੇ ਨੇ ਉਹ ਨਾਲ ਮਿਲਾ ਕੇ ਗਾਇਨ ਦੀ ਜਿਹੜੀ ਰੀਤ ਹੈ ਗੁਰੂ ਅਰਜਨ ਪਾਤਸ਼ਾਹ ਵੇਲੇ, ਉਸ ਵੇਲੇ ਤੋਂ ਉਹ ਚਲਦੀ ਆ ਰਹੀ ਹੈ। ਔਰ ਇਸ ਵੇਲੇ ਅਸੀਂ ਵੇਖਦੇ ਹਾਂ ਕਿ ਆਸਾ ਦੀ ਵਾਰ ਸਾਡੀ ਪ੍ਰਮੁੱਖ ਕੀਰਤਨ ਚੌਕੀ ਹੈ। ਉਹ ਕੀਰਤਨੀਆ ਸੰਪੂਰਨ ਨਹੀਂ ਜਿਹੜਾ ਆਸਾ ਦੀ ਵਾਰ ਦਾ ਕੀਰਤਨ ਨਹੀਂ ਕਰ ਸਕਦਾ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਬਾਰੇ ਵੀ ਅਸੀਂ ਵਿਚਾਰ ਕਰਾਂਗੇ। ਇੱਕ ਹੋਰ ਸਵਾਲ ਕਿ ਜਿਸ ਤਰ੍ਹਾਂ ਗਾਇਨ ਸ਼ੈਲੀਆਂ ਹੁੰਦੀਆਂ ਨੇ, ਗੁਰਮਤਿ ਸੰਗੀਤ ਦੀ ਕੀ ਇੱਕੋ ਹੀ ਸ਼ੈਲੀ ਹੈ ਜਾਂ ਵੱਖ-ਵੱਖ ਸ਼ੈਲੀਆਂ ਦੇ ਵਿੱਚ ਗੁਰਮਤਿ ਸੰਗੀਤ ਗਾਇਨ ਕੀਤਾ ਜਾਂਦਾ ਹੈ? ਗੁਰਮਤਿ ਸੰਗੀਤ ਸ਼ਬਦ ਕੀਰਤਨ ਦੀ ਪ੍ਰਸਤੁਤੀ ਦੀ ਇੱਕ ਪਰੰਪਰਾ ਹੈ। ਔਰ ਇਸ ਦੇ ਵਿੱਚ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਨੂੰ ਗੁਰੂ ਸਾਹਿਬ ਨੇ 31 ਰਾਗਾਂ ਦੇ ਵਿੱਚ ਵਰਗੀਕ੍ਰਿਤ ਕੀਤੀ ਗਈ ਹੈ, ਕਲਾਸੀਫਾਈ ਕੀਤੀ ਗਈ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ 31 ਮੁੱਖ ਰਾਗ ਨੇ। ਔਰ 31 ਮੁੱਖ ਰਾਗਾਂ ਦੇ ਨਾਲ ਗੁਰੂ ਸਾਹਿਬ ਨੇ 31 ਰਾਗ ਪ੍ਰਕਾਰਾਂ ਦੇ ਵਿੱਚ, ਮਿਸ਼ਰਤ ਰਾਗਾਂ ਵਿੱਚ ਵੀ ਬਾਣੀ ਜਿਹੜੀ ਹੈ ਦਰਜ ਕੀਤੀ ਹੈ। ਜਿਵੇਂ ਆਪਾਂ ਜੇ ਗੌੜੀ ਰਾਗ ਦੀ ਐਗਜ਼ਾਮਪਲ ਲੈ ਲਈਏ ਤਾਂ ਉਸ ਵਿੱਚ ਗੌੜੀ ਗੁਆਰੇ ਦੀ, ਗੌੜੀ ਪੂਰਬੀ, ਗੌੜੀ ਦੀਪਕੀ, ਗੌੜੀ ਮਾਝ, ਗੌੜੀ ਮਾਲਾ, ਗੌੜੀ ਮਾਲਵਾ, ਇਹ ਸਾਰੇ ਵੱਖ-ਵੱਖ ਰਾਗਾਂ ਦੇ ਅੱਗੇ ਪ੍ਰਕਾਰ ਨੇ। ਔਰ ਇੱਕ ਹੋਰ ਗੌੜੀ ਦੱਖਣੀ, ਗੁਰੂ ਨਾਨਕ ਪਾਤਸ਼ਾਹ ਦੱਖਣੀ ਰਾਗਾਂ ਦਾ ਵੀ ਇਸਤੇਮਾਲ ਕਰ ਰਹੇ ਨੇ। ਗੌੜੀ ਦੱਖਣੀ, ਬਿਲਾਵਲ ਦੱਖਣੀ, ਵਿਡਹੰਸ ਦੱਖਣੀ, ਪ੍ਰਭਾਤੀ ਦੱਖਣੀ, ਰਾਮਕਲੀ ਦੱਖਣੀ, ਇਹ ਸਾਰੇ ਦੱਖਣੀ ਪ੍ਰਕਾਰ ਨੇ। ਸੋ ਇੱਕ ਵੱਡਾ ਰਾਗਾਤਮਕ ਖਜ਼ਾਨਾ ਜਿੱਥੇ ਗੁਰੂ ਸਾਹਿਬ ਸਾਨੂੰ ਦੇ ਰਹੇ ਨੇ, ਉੱਥੇ ਉਹ ਬੜਾ ਸੁੰਦਰ ਸੁਮੇਲ ਕਰ ਰਹੇ ਨੇ। ਜਿਹੜੀਆਂ ਸਨਾਤਨੀ ਅੰਗ ਦੀਆਂ ਗਾਇਨ ਸ਼ੈਲੀਆਂ ਨੇ, ਕਲਾਸੀਕਲ ਅੰਗ ਤੋਂ ਗਾਈਆਂ ਜਾਣ ਵਾਲੀਆਂ ਜਿਹੜੀਆਂ ਸ਼ੈਲੀਆਂ ਨੇ, ਸ਼ਾਸਤਰੀ ਅੰਗ ਦੀਆਂ ਗਾਇਨ ਸ਼ੈਲੀਆਂ ਨੇ ਉਹਨਾਂ ਦਾ, ਔਰ ਜਿਹੜੀਆਂ ਲੋਕ ਅੰਗ ਦੀਆਂ ਗਾਇਨ ਸ਼ੈਲੀਆਂ ਨੇ, ਦੇਸੀ ਸੰਗੀਤ ਦੀਆਂ ਗਾਇਨ ਸ਼ੈਲੀਆਂ ਨੇ ਉਹਨਾਂ ਦਾ। ਅਸੀਂ ਵੇਖਦੇ ਹਾਂ ਚੌਪਦੇ ਹੈ ਸਾਡੇ ਕੋਲ, ਅਸ਼ਟਪਦੀ, ਇਹ ਸਨਾਤਨੀ ਅੰਗ ਦੀਆਂ ਗਾਇਨ ਸ਼ੈਲੀਆਂ ਨੇ ਜਿਨ੍ਹਾਂ ਨੂੰ ਅਸੀਂ ਸ਼ਾਸਤਰੀ ਸੰਗੀਤ ਦੇ ਅੰਦਾਜ਼ ਤੋਂ ਗਾਇਨ ਕਰਨਾ ਹੈ। ਪੜਤਾਲ ਸਾਡੀ ਆਪਣੀ ਮੌਲਿਕ ਗਾਇਨ ਸ਼ੈਲੀ ਹੈ ਜਿਸ ਨੂੰ ਅਸੀਂ ਸ਼ਾਸਤਰੀ ਸੰਗੀਤ ਦੇ ਅੰਦਾਜ਼ ਤੋਂ ਗਾਇਨ ਕਰਦੇ ਹਾਂ। ਔਰ ਇਹਦੇ ਨਾਲ ਹੀ ਸਾਡੇ ਕੋਲ ਵਾਰ, ਸੰਤ, ਲਾਉਣੀਆਂ, ਘੋੜੀਆਂ, ਇਹ ਸਾਡੇ ਸਾਰੇ ਦੇਸੀ ਸੰਗੀਤ ਦੇ ਸਾਰੀਆਂ ਸ਼ੈਲੀਆਂ ਨੇ, ਲੋਕ ਸੰਗੀਤ ਦੀਆਂ ਸ਼ੈਲੀਆਂ ਨੇ। ਔਰ ਉਸ ਅੰਗ ਤੋਂ ਅਸੀਂ ਗਾਣਾ। ਪਰ ਉਹਨਾਂ ਦੇ ਉੱਤੇ ਵੀ ਗੁਰੂ ਸਾਹਿਬ ਨੇ ਰਾਗ ਅੰਕਿਤ ਕੀਤੇ ਨੇ। ਔਰ ਉਹ ਰਾਗ ਦੇਸੀ ਸੰਗੀਤ ਤੋਂ ਵਿਕਸਿਤ ਰਾਗ ਵੀ ਨੇ, ਸਨਾਤਨੀ ਪਰੰਪਰਾ ਤੋਂ ਵਿਕਸਿਤ ਰਾਗ ਵੀ ਨੇ, ਦੇਸੀ ਸੰਗੀਤ ਤੋਂ ਵਿਕਸਿਤ ਰਾਗ ਵੀ ਨੇ। ਔਰ ਬੜਾ ਸੁੰਦਰ ਸੁਮੇਲ ਇਸ ਤਰ੍ਹਾਂ ਗੁਰੂ ਸਾਹਿਬ ਜਿਹੜੇ ਨੇ ਰਾਗਾਂ ਔਰ ਗਾਇਨ ਸ਼ੈਲੀਆਂ ਦਾ ਕਰ ਰਹੇ ਨੇ। ਕਲਾਸੀਕਲ ਮਿਊਜ਼ਿਕ ਔਰ ਫੋਕ ਮਿਊਜ਼ਿਕ, ਔਰ ਫਿਰ ਵੱਖ-ਵੱਖ ਜਿਹੜੀਆਂ ਗਾਇਨ ਸ਼ੈਲੀਆਂ ਨੇ ਉਹਨਾਂ ਦੇ ਆਧਾਰਿਤ ਸਾਡੀਆਂ ਫਿਰ ਅੱਗੇ ਕੀਰਤਨ ਚੌਕੀਆਂ ਡਿਵੈਲਪ ਹੁੰਦੀਆਂ ਨੇ। ਔਰ ਕੀਰਤਨ ਚੌਕੀਆਂ ਦਾ ਇੱਕ ਵਿਸ਼ਾਲ ਜਿਹੜਾ ਸਾਡੇ ਕੋਲ ਸੰਗੀਤਕ ਵਿਰਾਸਤ ਹੈ
ਉਹ ਸਦੀਆਂ ਤੋਂ ਗੁਰੂ ਸਾਹਿਬ ਨੇ ਮਰਿਆਦਤ ਕੀਤੀ ਹੈ, ਵਿਕਸਿਤ ਕੀਤੀ ਹੈ, ਔਰ ਅੱਜ ਅਸੀਂ ਦਰਬਾਰ ਸਾਹਿਬ ਤੋਂ ਉਸ ਦਾ ਨਜ਼ਾਰਾ ਵੀ ਵੇਖ ਰਹੇ ਹਾਂ, ਵੇਖ ਸਕਦੇ ਹਾਂ। ਬਿਲਕੁਲ। ਸੋ ਡਾਕਟਰ ਸਾਹਿਬ, ਹਰਿਮੰਦਰ ਸਾਹਿਬ ਦੀ, ਦਰਬਾਰ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ, ਉੱਥੇ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਹੁੰਦਾ ਹੈ ਗੁਰੂ ਸਾਹਿਬ ਦਾ, ਤਾਂ ਉਸ ਤੋਂ ਬਾਅਦ ਸਵਈਏ ਨੇ ਜਿਹੜੇ ਉਹ ਵੀ ਗਾਇਨ ਕੀਤੇ ਜਾਂਦੇ ਨੇ। ਉਹ ਰਾਗੀ ਸਿੰਘ ਨਹੀਂ ਹੁੰਦੇ, ਉਹ ਆਮ ਸੰਗਤ ਦੇ ਵਿੱਚੋਂ ਸ਼ਾਇਦ ਸਿੰਘ ਹੁੰਦੇ ਨੇ, ਮੈਨੂੰ ਵੀ ਉਸ ਬਾਰੇ ਨਹੀਂ ਪਤਾ, ਉਸ ਬਾਰੇ ਅਸੀਂ ਜਾਣਨਾ ਚਾਹਾਂਗੇ ਕਿ ਉਹ ਕੀ ਸ਼ੈਲੀ ਹੈ। ਉਹ ਸ਼ੈਲੀ ਜਿਹੜੇ ਭੱਟਾਂ ਦੇ ਸਵਈਏ, ਉਹ ਸਵਈਏ ਗਾਣ ਦਾ ਇੱਕ ਖਾਸ ਅੰਦਾਜ਼ ਹੈ, ਔਰ ਉਸ ਬਾਣੀ ਨੂੰ ਜਿਵੇਂ ਆਪਾਂ ਉਹਨਾਂ ਦੀ ਬਹਿਰ ਦੇ ਮੁਤਾਬਕ ਅਸੀਂ ਖਾਸ ਤਰੰਨੁਮ ਦੇ ਵਿੱਚ ਉਹਨਾਂ ਦਾ ਉਚਾਰਨ ਕਰਦੇ ਹਾਂ। ਔਰ ਇਹ ਗੁਰੂ ਕਾਲ ਤੋਂ ਹੀ, ਗੁਰੂ ਅਰਜਨ ਪਾਤਸ਼ਾਹ ਤੋਂ ਹੀ ਇਹ ਜਿਹੜੀ ਪਰੰਪਰਾ ਹੈ ਇਹ ਚੱਲੀ ਹੈ। ਔਰ ਅੱਜ ਅਸੀਂ ਵੇਖਦੇ ਹਾਂ ਕਿ ਉੱਥੇ ਜਿਹੜੇ ਗਾਇਨ ਕਰਨ ਵਾਲੇ ਲੋਕ ਨੇ ਉਹ ਪਿਛਲੀਆਂ 5-7 ਪੀੜ੍ਹੀਆਂ ਤੋਂ ਉਸੇ ਤਰ੍ਹਾਂ ਹੀ ਉਹ ਸੇਵਾ ਨਿਭਾਉਂਦੇ ਚਲੇ ਆ ਰਹੇ ਨੇ। ਔਰ ਉਹਨਾਂ ਦਾ ਦਰਬਾਰ ਸਾਹਿਬ ਦੇ ਜਿਹੜਾ ਕੀਰਤਨ ਪਰੰਪਰਾ ਤੋਂ ਪਹਿਲਾਂ ਜਿਹੜਾ ਸਮਾਂ ਹੈ ਉਸ ਦੇ ਵਿੱਚ ਖਾਸ ਸਥਾਨ ਹੈ। ਔਰ ਦਰਬਾਰ ਸਾਹਿਬ ਦੇ ਨਾਲ ਤਾਂ ਕਈ ਜਿਹੜੇ ਘਰਾਣੇ ਨੇ ਕਈ ਪੀੜ੍ਹੀਆਂ ਤੱਕ ਉਸੇ ਤਰ੍ਹਾਂ ਹੀ ਜੁੜੇ ਹੋਏ ਨੇ, ਚਾਹੇ ਉਹ ਅਰਦਾਸੀਏ ਨੇ, ਚਾਹੇ ਉਹ ਧੂਪੀਏ ਨੇ, ਚਾਹੇ ਉਹ ਇਹ ਸੋਈਏ ਗਾਇਨ ਕਰਨ ਵਾਲੇ ਲੋਕ ਨੇ, ਜਾਂ ਚੌਕੀ ਸਾਹਿਬ ਦੀ ਇੱਕ ਪਰੰਪਰਾ ਜਿਹੜੀ ਗੁਰੂ ਭਾਈ ਗੁਰਦਾਸ ਜੀ ਔਰ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ ਸੀ। ਉਹ ਆਪਣੇ ਆਪ ਦੇ ਵਿੱਚ ਬਹੁਤ ਇੱਕ ਯੂਨੀਕ ਕਿਸਮ ਦੀ ਗਾਇਨ ਸ਼ੈਲੀ ਹੈ ਔਰ ਉਹ ਪਰੰਪਰਾ ਵੀ ਸਾਡੀ ਚੌਕੀ ਸਾਹਿਬ ਦੀ ਜਿਹੜੀ ਕੀਰਤਨ ਪਰੰਪਰਾ ਹੈ ਉਹ ਵੀ ਖਾਸ ਪਰੰਪਰਾ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਜਿਹੜੀ ਚੌਂਕੀ ਤੁਸੀਂ ਗੱਲ ਕੀਤੀ ਹੈ ਬਾਬਾ ਬੁੱਢਾ ਜੀ ਨੇ ਪਿਰਤ ਪਾਈ ਸੀ, ਉਸ ਬਾਰੇ ਵੀ ਅਸੀਂ ਜਾਣਨਾ ਚਾਹਾਂਗੇ। ਚੌਕੀ ਸਾਹਿਬ ਦੀ ਕੀਰਤਨ ਪਰੰਪਰਾ ਦੇ ਵਿੱਚ ਸਾਜ਼ਾਂ ਤੋਂ ਬਿਨਾਂ ਜੋਟੀਆਂ ਦੇ ਰੂਪ ਦੇ ਵਿੱਚ ਇੱਕ ਜਿਹੜਾ ਮੁੱਖ ਜਿਹੜਾ ਉਹਨਾਂ ਦਾ ਗਾਇਕ ਹੈ ਉਹ ਸ਼ਬਦ ਦਾ ਗਾਇਨ ਕਰਦਾ, ਔਰ ਬਾਕੀ ਜਿਹੜੇ ਨੇ ਉਸ ਦਾ ਉਚਾਰਨ ਪਿੱਛੇ ਕਰਦੇ ਨੇ। ਔਰ ਉਸ ਦੀ ਖਾਸ ਗਾਇਨ ਸ਼ੈਲੀ ਦੀ ਸਿਫਤ ਇਹ ਹੈ ਕਿ ਉਸ ਦੀਆਂ ਜਿਹੜੀਆਂ ਧਾਰਨਾਵਾਂ ਨੇ ਉਹ ਸਦੀਆਂ ਤੋਂ ਉਹੀ ਨੇ, ਔਰ ਖਾਸ ਤੌਰ ਤੇ ਉਸ ਦਾ ਇੱਕ ਲਿਟਰੇਚਰ ਜਾਂ ਗੁਟਕਿਆਂ ਦੇ ਰੂਪ ਦੇ ਵਿੱਚ ਉਹ ਪ੍ਰਕਾਸ਼ਿਤ ਹੋਇਆ। ਬਾਣੀ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਚੁਣੀਦਾ ਸ਼ਬਦ ਜਿਹੜੇ ਨੇ, 94 ਸ਼ਬਦ ਨੇ, ਉਹਨਾਂ ਦਾ ਉਹ ਗਾਇਨ ਕਰਦੇ ਨੇ। ਔਰ ਉਹ ਵੀ ਦਰਬਾਰ ਸਾਹਿਬ ਦੀਆਂ ਜਿਹੜੀਆਂ ਅੰਦਰੂਨੀ ਕੀਰਤਨ ਚੌਕੀਆਂ ਨੇ, ਜਿਹੜੀ ਅੰਦਰਲੇ ਸਥਾਨ ਤੇ ਲੱਗਦੀਆਂ ਨੇ, ਉਹਨਾਂ ਵਾਂਗੂ ਉਹਨਾਂ ਦੇ ਵੀ ਖਾਸ ਸ਼ਬਦ ਨੇ। ਇੱਥੋਂ ਤੱਕ ਕਿ ਬਸੰਤ ਦੇ ਦਿਨਾਂ ਦੇ ਵਿੱਚ ਬਸੰਤ ਦੇ ਜਿਹੜੇ ਸ਼ਬਦ ਨੇ ਉਹਨਾਂ ਦਾ ਹੀ ਉਹ ਧਾਰਨਾਵਾਂ ਦੇ ਰੂਪ ਦੇ ਵਿੱਚ ਉੱਥੇ ਕੀਰਤਨ ਕੀਤਾ ਜਾਂਦਾ ਜੋਟੀਆਂ ਦੇ ਰੂਪ ਦੇ ਵਿੱਚ, ਔਰ ਉਸ ਦਾ ਖਾਸ ਕਿਸਮ ਦੀ ਹਾਰਮੋਨੀ ਉਹਦੇ ਵਿੱਚ ਵੇਖਣ ਨੂੰ ਮਿਲਦੀ ਹੈ। ਉਸ ਨੂੰ ਸਟੱਡੀ ਕਰਨ ਦੇ ਲਈ ਸਾਨੂੰ, ਕਿਉਂਕਿ ਉਹਨਾਂ ਨੂੰ ਤਾਂ ਉਹ ਜਿਹੜੇ ਉੱਥੇ ਆ ਕੇ ਉਹ ਕੀਰਤਨ ਕਰਦੇ ਨੇ ਚੌਕੀ ਸਾਹਿਬ ਦੀ ਕੀਰਤਨ ਪਰੰਪਰਾ ਦੇ ਵਿੱਚ, ਉਹਨਾਂ ਨੂੰ ਸਾਰੇ ਸ਼ਬਦ ਜਿਹੜੇ ਨੇ ਜ਼ੁਬਾਨੀ ਕੰਠ ਨੇ, ਔਰ ਉਹ ਬਹੁਤ ਹੀ ਸ਼ਰਧਾ ਦੇ ਨਾਲ ਉਸ ਕੀਰਤਨ ਨੂੰ ਕਰਦੇ ਹੋਏ ਪਰਿਕਰਮਾ ਕਰਦੇ ਨੇ, ਔਰ ਦਰਬਾਰ ਸਾਹਿਬ ਆ ਕੇ ਫਿਰ ਉਹ ਨਤਮਸਤਕ ਹੁੰਦੇ ਨੇ। ਜੀ ਬਿਲਕੁਲ। ਸੋ ਡਾਕਟਰ ਸਾਹਿਬ ਕਹਿ ਸਕਦੇ ਹਾਂ, ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਕਿ ਵੱਖ-ਵੱਖ ਗਾਇਨ ਸ਼ੈਲੀਆਂ ਦਾ ਇੱਕ ਸੁੰਦਰ ਗੁਲਦਸਤਾ ਗੁਰਮਤ ਸੰਗੀਤ। ਸੋ ਚੌਂਕੀਆਂ ਦੀ ਗੱਲ ਚੱਲੀ ਸੀ, ਤੇ ਚੌਂਕੀਆਂ ਕੁੱਲ ਕਿੰਨੀਆਂ ਨੇ ਡਾਕਟਰ ਸਾਹਿਬ, ਇਹ ਵੀ ਜਾਣਨਾ ਚਾਹਾਂਗੇ। ਚੌਕੀਆਂ ਮੂਲ ਰੂਪ ਵਿੱਚ 8 ਕੀਰਤਨ ਚੌਕੀਆਂ ਮੰਨੀਆਂ ਜਾਂਦੀਆਂ ਨੇ, 7 ਔਰ ਇਹਨਾਂ ਦਾ ਵਿਸਥਾਰ ਹੋ ਕੇ ਇਸ ਵੇਲੇ ਦਰਬਾਰ ਸਾਹਿਬ ਦੇ ਵਿੱਚ 15 ਦੇ ਕਰੀਬ ਕੀਰਤਨ ਚੌਕੀਆਂ ਲਗਾਈਆਂ ਜਾਂਦੀਆਂ। ਆਸਾ ਦੀ ਵਾਰ ਦੀ ਕੀਰਤਨ ਚੌਕੀ ਤੋਂ ਪਹਿਲਾਂ 3 ਪਹਿਰੇ ਦੀ ਕੀਰਤਨ ਚੌਕੀ ਆਉਂਦੀ ਹੈ, ਔਰ ਉਹ ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ ਕੁਆੜ ਖੁੱਲਣ ਤੋਂ ਪਹਿਲਾਂ ਲਗਾਇਆ ਕਰਦੇ ਸੀ। ਸਰੰਦੇ ਦੇ ਨਾਲ ਉਹਨਾਂ ਨੇ 70 ਸਾਲ ਉਹਨਾਂ ਨੇ ਉਹ ਕੀਰਤਨ ਕੀਤਾ, ਔਰ ਉਹ ਕੀਰਤਨ ਚੌਕੀ ਹੁਣ ਦਰਬਾਰ ਸਾਹਿਬ ਦੇ ਜਿਹੜਾ ਅੰਤਰੀਵ ਦੇ ਵਿੱਚ ਕੀਰਤਨ ਚੌਕੀਆਂ ਲੱਗਦੀਆਂ ਨੇ, ਉਸ ਦੀ ਪ੍ਰਥਮ ਕੀਰਤਨ ਚੌਕੀ ਹੁੰਦੀ ਹੈ। ਫਿਰ ਆਸਾ ਦੀ ਵਾਰ ਦੀ ਕੀਰਤਨ ਚੌਕੀ, ਬਿਲਾਵਲ ਦੀ ਕੀਰਤਨ ਚੌਕੀਆਂ, ਔਰ ਉਸ ਤੋਂ ਬਾਅਦ ਫਿਰ ਸਾਰੰਗ ਦੀ ਕੀਰਤਨ ਚੌਕੀ, ਔਰ ਰਾਤ ਤੱਕ ਕਾਨੜੇ ਕਲਿਆਣ ਤੱਕ ਇਹ ਕੀਰਤਨ ਚੌਕੀਆਂ ਜਿਹੜੇ ਇਹਨਾਂ ਦਾ ਵਿਸਥਾਰ ਹੁੰਦਾ। ਔਰ ਰੁੱਤਕਾਲੀਨ ਕੀਰਤਨ ਚੌਕੀਆਂ ਨੇ ਸਾਡੀ। ਬਸੰਤ ਦੀ ਕੀਰਤਨ ਚੌਕੀ ਦਾ ਖਾਸ ਮਹੱਤਵ ਹੈ। ਮਲਹਾਰ ਸਾਵਣ ਦੇ ਦਿਨਾਂ ਦੇ ਵਿੱਚ ਮਲਹਾਰ ਗਾਇਨ ਦਾ, ਮਲਹਾਰ ਦੀ ਕੀਰਤਨ ਚੌਕੀ ਦਾ ਖਾਸ ਵਿਸ਼ੇਸ਼ ਸਥਾਨ ਹੈ ਗੁਰਮਤਿ ਸੰਗੀਤ ਵਿੱਚ। ਫਿਰ ਜਨਮ ਤੋਂ ਲੈ ਕੇ ਅਕਾਲ ਚਲਾਣੇ ਤੱਕ ਸਿੱਖੀ ਪਰੰਪਰਾ ਦੇ ਵਿੱਚ ਸ਼ਬਦ ਕੀਰਤਨ ਚੌਕੀ ਦੀ ਵਿਸ਼ੇਸ਼ ਪਰੰਪਰਾ ਹੈ। ਸਾਡੇ ਜੀਵਨ ਦਾ ਕੋਈ ਵੀ ਪਲ, ਕਿੰਨੀ ਸਾਡੇ ਤੇ ਬਖਸ਼ਿਸ਼ ਹੈ, ਕੋਈ ਵੀ ਪਲ ਸ਼ਬਦ ਕੀਰਤਨ ਬਿਨਾਂ ਖਾਲੀ ਨਹੀਂ ਜਾਂਦਾ। ਜਾਂ ਆਪਾਂ ਕਹੀਏ ਕਿ ਸਿੱਖੀ ਜੀਵਨ ਦਾ ਇਹ ਇੱਕ ਕਿਸਮ ਦਾ ਲਾਈਫ ਲਾਈਨ ਹੈ ਸਾਡੀ, ਔਰ ਸਿੱਖੀ ਜੀਵਨ ਇਸ ਤੋਂ ਬਿਨਾਂ ਅਧੂਰਾ ਹੈ। ਬਿਲਕੁਲ। ਸੋ ਡਾਕਟਰ ਸਾਹਿਬ, ਗੁਰਮਤਿ ਸੰਗੀਤ ਨਾਲ ਜੁੜੇ ਜਿੰਨੇ ਵੀ ਕੀਰਤਨਕਾਰਾਂ ਨਾਲ ਅਸੀਂ ਗੱਲ ਕਰ ਲਈਏ ਤਾਂ ਸਭ ਨੂੰ ਕਿਤੇ ਨਾ ਕਿਤੇ ਮਲਾਲ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁਰਾਤਨ ਜੋ ਉਹ ਪਰੰਪਰਾ ਸੀ ਕੀਰਤਨ ਦੀ, ਉਹ ਅੱਜ ਨਹੀਂ ਰਹੀ, ਬਹੁਤ ਕਮਜ਼ੋਰ ਹੋ ਚੁੱਕੀ ਹੈ। ਤੁਸੀਂ ਕੀ ਮੰਨਦੇ ਹੋ? ਤੁਹਾਡੇ ਮੁਤਾਬਿਕ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਵਰਤਮਾਨ ਜੋ ਸਮਕਾਲੀ ਕੀਰਤਨ ਹੋ ਰਿਹਾ ਸ੍ਰੀ ਦਰਬਾਰ ਸਾਹਿਬ ਵਿਖੇ,
ਨਿਰਸੰਦੇਹ ਕਈ ਵਾਰੀ ਅਸੀਂ ਉਸ ਦੇ ਮਿਆਰ ਦੀ ਤੁਲਨਾ ਜਿਹੜਾ ਸਾਡਾ ਪੁਰਾਤਨ ਕੀਰਤਨ ਹੈ ਉਸ ਨਾਲ ਕਰਦੇ ਹਾਂ। ਜੀ ਪੁਰਾਤਨ ਕੀਰਤਨ ਸਾਨੂੰ ਹਮੇਸ਼ਾ ਹੀ ਸਾਡੀ ਵਿਰਾਸਤ ਹੈ ਔਰ ਸਾਡਾ ਗੌਰਵ ਹੈ। ਸਾਨੂੰ ਬਹੁਤ ਅੱਛਾ ਲੱਗਦਾ ਹੈ ਔਰ ਸਾਨੂੰ ਲੱਗਦਾ ਹੈ ਕਿ ਸਾਡੀ ਇੱਕ ਮਹਾਨ ਵਿਰਾਸਤ ਕੀਰਤਨੀਆਂ ਦੀ ਔਰ ਰਾਗ ਪਰੰਪਰਾ ਦੀ ਸਾਜ਼ਾਂ ਦੀ ਸਾਡੀ ਰਹੀ ਹੈ। ਪਰ ਸਮਕਾਲੀ ਕੀਰਤਨ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਨਿਰੰਤਰ ਸ਼ਬਦ ਕੀਰਤਨ ਦੇ ਉੱਤੇ ਰਹਿਣਾ ਹੀ ਹੈ। ਜੀ ਔਰ ਅਗਰ ਦਰਬਾਰ ਸਾਹਿਬ ਦੀ ਕੀਰਤਨ ਪਰੰਪਰਾ ਦੇ ਸਨਮੁਖ ਮੈਂ ਵੇਖਾਂ ਤੇ ਸਾਡੀ ਵਿਡੰਬਨਾ ਹੈ ਕਿ ਸਾਡੇ ਕੋਲ ਐਸੇ ਇੰਸਟੀਟਿਊਸ਼ਨ ਨਹੀਂ ਜਿੱਥੇ ਅਸੀਂ ਆਪਣੀ ਰਾਗਾਤਮਕ ਪਰੰਪਰਾ ਜਾਂ ਤੰਤੀ ਸਾਜ਼ਾਂ ਦੀ ਪਰੰਪਰਾ ਨੂੰ ਸਿਖਾ ਸਕੀਏ। ਜੀ ਇਹ ਔਰ ਨਾ ਹੀ ਸਾਡੇ ਕੋਲ ਉਹਨਾਂ ਤੰਤੀ ਸਾਜ਼ਾਂ ਦੀ ਸਾਜ਼ ਕਲਾ ਨੂੰ ਵਿਕਸਿਤ ਕਰਨ ਦੇ ਕੋਈ ਐਸੇ ਸੰਸਥਾਨ ਨੇ। ਸੋ ਅਸੀਂ ਆਪਣੀ ਇਸ ਵਿਰਾਸਤ ਪ੍ਰਤੀ ਸੁਚੇਤ ਨਹੀਂ ਹੋਏ ਔਰ ਉਸ ਦਾ ਜਿਹੜਾ ਕਾਰਨ ਹੈ ਕਿ ਜਿਹੜਾ ਇਹ ਵਰਤਮਾਨ ਸਮਕਾਲੀ ਕੀਰਤਨ ਹੋ ਰਿਹਾ ਉਸ ਦੇ ਵਿੱਚ ਵੀ ਇੱਕ ਨਵੇਂ ਕਿਸਮ ਦੇ ਕੀਰਤਨ ਦਾ ਜਿਹੜਾ ਪ੍ਰਾਰੰਭ ਹੋ ਗਿਆ। ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਕੀਰਤਨੀਏ ਜੋ ਕਿ ਉਹ ਸ਼ਬਦ ਪ੍ਰਧਾਨ ਕੀਰਤਨ ਕਰਦੇ ਨੇ ਔਰ ਸ਼ਬਦ ਗਾਇਕੀ ਗਾ ਰਹੇ ਨੇ, ਨਿਰਸੰਦੇਹ ਉਹਦੇ ਵਿੱਚੋਂ ਸਾਨੂੰ ਕਦੇ ਕਿਸੇ ਫਿਲਮੀ ਟਿਊਨ ਦੀ ਖੁਸ਼ਬੂ ਆਉਂਦੀ ਹੈ ਜਾਂ ਸਾਨੂੰ ਸਧਾਰਨ ਗਜ਼ਲਾਂ ਦੀ ਜਾਂ ਹੋਰ ਗੀਤਾਂ ਦੀ ਜਿਹੜੀ ਹੈ ਉਹ ਸਾਨੂੰ ਲੱਗਦਾ ਹੈ ਕਿ ਉਹਨਾਂ ਧੁਨਾਂ ਦੇ ਉੱਤੇ ਗਾ ਰਹੇ ਨੇ। ਉਸ ਦੇ ਵਿੱਚ ਅਗੇਨ ਮੈਂ ਇਹੀ ਕਹਾਂਗਾ ਕਿ ਅਸੀਂ ਹੀ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਸ਼ਬਦ ਕੀਰਤਨ ਦੀ ਤਾਲੀਮ ਨਹੀਂ ਦੇ ਰਹੇ ਪੰਥਕ ਤੌਰ ਦੇ ਉੱਤੇ। ਅਗਰ ਅਸੀਂ ਦਿੱਤੀ ਹੁੰਦੀ ਤਾਂ ਅੱਜ ਦਰਬਾਰ ਸਾਹਿਬ ਦਾ ਜੋ ਇਸ ਵੇਲੇ ਜੋ ਕੀਰਤਨ ਹੋ ਰਿਹਾ ਉਸ ਦਾ ਇਹ ਹਾਲ ਨਾ ਹੁੰਦਾ। ਪਰ ਇਸ ਸਦੀ ਦੇ ਵਿੱਚ 20ਵੀਂ ਸਦੀ ਦੇ ਅੰਤ ਤੋਂ ਬਾਅਦ ਜਦੋਂ ਇਹ ਗੱਲ ਹੁਣ ਸ਼ੁਰੂ ਹੋਈ ਹੈ, ਇਹ ਚੇਤਨਾ ਆਈ ਹੈ, ਤਾਂ ਦਰਬਾਰ ਸਾਹਿਬ ਦੇ ਕੀਰਤਨ ਪਰੰਪਰਾ ਦੇ ਵਿੱਚ ਬਹੁਤ ਸੁਧਾਰ ਵੀ ਆਇਆ। ਜੀ ਜਿੱਥੇ ਕੀਰਤਨੀਏ ਦੂਸਰਾ ਮੈਂ ਕਹਾਂਗਾ ਕਿ ਸੁਗਮ ਧੁਨਾਂ ਦੇ ਉੱਤੇ ਕੀਰਤਨ ਕਰ ਰਹੇ ਨੇ, ਉੱਥੇ ਹੁਣ ਰਾਗਾਤਮਕ ਤੌਰ ਤੇ ਵੀ ਕੀਰਤਨੀਏ ਇਸ ਪਾਸੇ ਨੂੰ ਪਰਤੇ ਨੇ। ਤੰਤੀ ਸਾਜ਼ ਵੀ ਉੱਥੇ ਦਰਬਾਰ ਸਾਹਿਬ ਤੋਂ ਹੁਣ ਉਹਨਾਂ ਦਾ ਵੀ ਪ੍ਰਾਰੰਭ ਹੋ ਗਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇਸ ਦੇ ਜਿਹੜੇ ਸੰਚਾਲਕ ਨੇ ਉਹ ਵਧਾਈ ਦੇ ਪਾਤਰ ਨੇ। ਔਰ ਇਹ ਪਰੰਪਰਾ ਇਸ ਤੋਂ ਆਪਾਂ ਨੂੰ ਕੋਈ ਬਹੁਤ ਜ਼ਿਆਦਾ ਨਕਾਰਾਤਮਕ ਪਹੁੰਚ ਨਹੀਂ ਰੱਖਣੀ ਚਾਹੀਦੀ। ਮੈਨੂੰ ਤਾਂ ਲੱਗਦਾ ਕਿ ਗੁਰੂ ਦੀ ਬਹੁਤ ਕਿਰਪਾ ਹੋ ਰਹੀ ਹੈ ਕਿ ਹੁਣ ਸਾਡੇ ਮਨਾਂ ਦੇ ਵਿੱਚ ਇਹ ਚੇਤਨਾ ਹੈ ਕਿ ਆਹ ਸੁਗਮ ਸੰਗੀਤ ਤੇ ਕੀਰਤਨ ਹੈ, ਇਹ ਰਾਗਾਤਮਕ ਕੀਰਤਨ ਹੈ, ਆਹ ਹਾਰਮੋਨੀਅਮ ਵਾਲਾ ਕੀਰਤਨ ਹੈ, ਇਹ ਤੰਤੀ ਸਾਜ਼ ਨੇ। ਤੰਤੀ ਸਾਜ਼ ਰਿਵਾਈਵ ਹੋ ਰਹੇ ਨੇ। ਉੱਥੇ ਤੰਤੀ ਸਾਜ਼ ਵਜਾਉਣ ਵਾਲੇ ਨੌਜਵਾਨ ਪੋਸਟ ਗ੍ਰੈਜੂਏਟ ਨੌਜਵਾਨ ਭਰਤੀ ਹੋਏ ਨੇ, ਰਬਾਬ ਵਾਲੇ ਉੱਥੇ ਹੁਣ ਆ ਰਹੇ ਨੇ। ਸੋ ਇਹ ਗੁਰੂ ਦੀ ਕਿਰਪਾ ਜਿਹੜੀ ਹੈ ਉਸ ਪ੍ਰਤੀ ਵੀ ਸਾਨੂੰ ਜਿਹੜਾ ਹੈ ਧੰਨਵਾਦੀ ਹੋਣਾ ਚਾਹੀਦਾ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਜਿਹੜਾ ਹੈ ਹਮੇਸ਼ਾ ਰਿਣੀ ਹੋਣਾ ਚਾਹੀਦਾ ਕਿ ਸਾਡੇ ਮਨ ਵਿੱਚ ਉਹਨਾਂ ਨੇ ਚੇਤਨਾ ਪੈਦਾ ਕੀਤੀ ਹੈ। ਆਓ ਆਪਾਂ ਦੁਆ ਕਰਦੇ ਹਾਂ ਕਿ ਅਰਦਾਸ ਕਰਦੇ ਹਾਂ ਕਿ ਜਿਹੜੇ ਦੂਸਰੇ ਕੀਰਤਨੀਏ ਨੇ ਉਹ ਵੀ ਇਸ ਵੱਲ ਪਰਤਣ ਔਰ ਐਸੇ ਅਸੀਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਸ਼ਕਤੀਸ਼ਾਲੀ ਬਣਾ ਸਕੀਏ ਜਿੱਥੇ ਉਹਨਾਂ ਨੂੰ ਇਸ ਕਿਸਮ ਦਾ ਕੀਰਤਨ ਅਸੀਂ ਸਿਖਾ ਸਕੀਏ। ਨਿਰਾ ਇਹ ਕਹਿ ਦੇਣਾ ਕਿ ਉਹ ਕੀਰਤਨ ਠੀਕ ਨਹੀਂ ਹੋ ਰਿਹਾ ਠੀਕ ਨਹੀਂ ਹੋ ਰਿਹਾ ਤੇ ਪੰਥਕ ਤੌਰ ਤੇ ਅਸੀਂ ਸਾਰੇ ਹੀ ਜ਼ਿੰਮੇਵਾਰ ਹਾਂ, ਸੰਗਤ ਵੀ ਔਰ ਪ੍ਰਬੰਧਕ ਵੀ ਔਰ ਕੀਰਤਨੀਏ ਵੀ, ਤਿੰਨੇ ਧਿਰਾਂ ਹੀ ਇਸ ਗੱਲ ਲਈ ਜਵਾਬਦੇਹ ਨੇ ਜੇ ਅਗਰ ਉੱਥੇ ਮਰਿਆਦਾ ਦਾ ਪਾਲਣ ਨਹੀਂ ਹੋ ਰਿਹਾ ਜਾਂ ਗੁਰਮਤਿ ਸੰਗੀਤ ਦੇ ਅਨੁਸਾਰ ਹੀ ਕੀਰਤਨ ਨਹੀਂ ਹੋ ਰਿਹਾ। ਔਰ ਹੋਏਗਾ, ਪਰਿਵਰਤਨ ਆ ਰਿਹਾ ਔਰ ਇੱਕ ਚੇਤਨਾ ਦੀ ਲਹਿਰ ਜਿਹੜੀ ਹੈ ਉਹ ਚੱਲ ਪਈ ਹੈ ਸਾਰੇ ਪਾਸੇ ਔਰ ਸਾਨੂੰ ਸਾਰਿਆਂ ਨੂੰ ਉਸ ਦੇ ਦੀਦਾਰ ਵੀ ਹੋ ਰਹੇ ਨੇ। ਜੀ ਬਿਲਕੁਲ, ਡਾਕਟਰ ਸਾਹਿਬ ਨੇ ਇੱਕ ਬੜੀ ਪੋਜ਼ਿਟਿਵ ਗੱਲ ਕਹੀ ਹੈ ਕਿ ਹਾਂ ਚੇਤਨਾ ਆ ਰਹੀ ਹੈ ਤੇ ਉਹ ਮੁੜ ਜੋ ਤੰਤੀ ਸਾਜ਼ਾਂ ਨੂੰ ਸੁਰਜੀਤ ਕਰਨ ਦੀ, ਮੁੜ ਤੋਂ ਸੁਰਜੀਤ ਕਰਨ ਦੀ ਜੋ ਇੱਛਾ ਸੀ ਸਭ ਦੀ ਉਹ ਦੁਬਾਰਾ ਤੋਂ ਹੋ ਰਹੀ ਹੈ। ਔਰ ਡਾਕਟਰ ਸਾਹਿਬ ਇਹ ਪੁੱਛਣਾ ਚਾਹਾਂਗੀ, ਜਿਸ ਤਰ੍ਹਾਂ ਅੱਜ ਇਸ ਤਰ੍ਹਾਂ ਦਾ ਮਾਹੌਲ ਹੈ, ਲੱਗਦਾ ਕਿ ਸਾਰੇ ਸ਼ਬਦ ਨਾਲ ਜੁੜਨ ਦੀ ਬਜਾਏ ਘਰਾਣਿਆਂ ਦੇ ਨਾਲ ਜੁੜ ਰਹੇ ਨੇ, ਇੱਕ ਵਿਅਕਤੀ ਵਿਸ਼ੇਸ਼ ਦੇ ਨਾਲ ਜੁੜ ਰਹੇ ਨੇ। ਕਈ ਵਾਰੀ ਗੁਰਦੁਆਰਿਆਂ ਵਿੱਚ ਇੱਦਾਂ ਦਾ ਮਾਹੌਲ ਹੁੰਦਾ ਹੈ ਕਿ ਬਹੁਤ ਸਾਰੇ ਰਾਗੀ ਕੀਰਤਨ ਕਰਨ ਆਉਂਦੇ ਨੇ ਤੇ ਇੱਕ ਰਾਗੀ ਕੋਈ ਅਸੀਂ ਕਹਿ ਲਈਏ ਕਿ ਫੇਵਰੇਟ ਹੈ, ਉਦੋਂ ਸਾਰੀ ਸੰਗਤ ਇਕੱਠੀ ਹੋ ਜਾਏਗੀ ਔਰ ਬਾਕੀ ਜਦੋਂ ਤੰਤੀ ਸਾਜ਼ਾਂ ਵਿੱਚ ਜਾਂ ਕੀਰਤਨ ਹੁੰਦਾ ਜਾਂ ਕੁਛ ਵੀ ਤਾਂ ਸੰਗਤ ਸਾਰੀ ਉੱਠ ਕੇ ਉਸ ਵਿਅਕਤੀ ਵਿਸ਼ੇਸ਼ ਦੇ ਨਾਲ ਚਲੀ ਜਾਂਦੀ ਹੈ। ਕੀ ਇਹ ਸਹੀ ਹੈ ਔਰ ਕੀ ਤੁਸੀਂ ਮੰਨਦੇ ਹੋ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ? ਮੈਂ ਅਰਜ਼ ਕਰਨਾ ਚਾਹਾਂਗਾ ਕਿ ਸਦੀਆਂ ਸਾਨੂੰ ਲੱਗ ਗਈਆਂ ਨੇ ਰਾਗਾਤਮਕ ਕੀਰਤਨ ਨੂੰ ਭੁੱਲਣ ਤੇ, ਸਦੀਆਂ ਲੱਗ ਗਈਆਂ ਨੇ ਸਾਨੂੰ ਤੰਤੀ ਸਾਜ਼ਾਂ ਨੂੰ ਭੁੱਲਣ ਤੇ ਔਰ ਸੰਗਤ ਨੇ ਵੀ ਉਹ ਕੀਰਤਨ ਨਹੀਂ ਸੁਣਿਆ। ਔਰ ਇਸ ਕੀਰਤਨ ਦੀ ਬਹੁਤ ਸਾਧਨਾ ਦੀ ਵੀ ਜ਼ਰੂਰਤ ਹੈ, ਸਿਖਲਾਈ ਦੀ ਵੀ ਜ਼ਰੂਰਤ ਹੈ ਔਰ ਇਸ 'ਚ ਮੁਹਾਰਤ ਹਾਸਲ ਕਰਨ ਦੀ ਵੀ ਜ਼ਰੂਰਤ ਹੈ। ਨਿਰਸੰਦੇਹ ਜਿਹੜਾ ਪਾਪੂਲਰ ਕਿਸਮ ਦਾ ਕੀਰਤਨ ਹੋ ਰਿਹਾ, ਸਮਕਾਲੀ ਕੰਟੈਂਪਰੇਰੀ ਮਿਊਜ਼ਿਕ ਦੇ ਵਿੱਚ ਕੀਰਤਨ ਹੋ ਰਿਹਾ ਔਰ ਅੱਛੇ ਕੀਰਤਨ ਕਰਨ ਵਾਲੇ ਜਿਹੜੇ ਪ੍ਰਸਿੱਧ ਪ੍ਰਮੁੱਖ ਕੀਰਤਨੀਏ ਨੇ ਉਹ ਜਦੋਂ ਆ ਕੇ ਕੀਰਤਨ ਕਰਦੇ ਨੇ, ਸੰਗਤ ਉਹਨਾਂ ਦਾ ਰੋਜ਼ ਸ਼ਬਦ ਕੀਰਤਨ ਸੁਣਦੀ ਹੈ ਔਰ ਉਹਨਾਂ ਦੇ ਮਨ ਵਿੱਚ ਉਹ ਸ਼ਬਦ ਕੀਰਤਨ ਦੇ ਜਿਹੜੀਆਂ ਧੁਨਾਂ ਨੇ ਪਹਿਲਾਂ ਤੋਂ ਹੀ ਉਹਨਾਂ ਦੇ ਮਨ ਵਿੱਚ ਵਸੀਆਂ ਹੋਈਆਂ ਨੇ। ਔਰ ਜਦੋਂ ਅਸੀਂ ਰਾਗਾਂ ਦੇ ਵਿੱਚ ਕੀਰਤਨ ਕਰਦੇ ਹਾਂ ਤੇ ਸਾਨੂੰ, ਮੇਰੀ ਆਪਣੀ ਧਾਰਨਾ ਹੈ ਕਿ ਸਾਨੂੰ ਤੇ ਬਹੁਤ ਰਿਸਪੌਂਸ ਮਿਲਦਾ। ਬਾਕੀ ਮੈਂ ਹੋਰ ਕਿਸੇ ਬਾਰੇ ਕੁਝ ਨਹੀਂ ਕਹਿੰਦਾ,
ਪਰ ਅਸੀਂ ਜਦੋਂ ਸ਼ਬਦ ਪ੍ਰਧਾਨ ਗਾਇਕੀ ਦਾ ਗਾਇਨ ਤੰਤੀ ਸਾਜ਼ਾਂ ਨਾਲ ਜਾਂ ਈਵਨ ਕਿ ਹਾਰਮੋਨੀਅਮ ਨਾਲ ਵੀ ਕਰਦੇ ਹਾਂ ਤਾਂ ਸੰਗਤਾਂ ਵੱਲੋਂ ਸਾਨੂੰ ਕਦੇ ਇਹੋ ਜਿਹੀ ਅਭਾਵ ਨਹੀਂ ਮਿਲਿਆ ਕਿ ਸੰਗਤ ਵੱਲੋਂ ਸਾਨੂੰ ਰਿਸਪੌਂਸ ਨਹੀਂ ਆਇਆ। ਪਰ ਅਸੀਂ ਜਦੋਂ ਉਸ ਨੂੰ ਬਹੁਤ ਜ਼ਿਆਦਾ ਰਾਗਾਤਮਕ ਬਣਾ ਦਿੰਦੇ ਹਾਂ ਜਾਂ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵੇਲੇ ਸਾਡੀ ਸਾਧਨਾ ਨਹੀਂ ਹੁੰਦੀ ਤਾਂ ਉਸ ਵੇਲੇ ਸੰਗਤ ਸ਼ਾਇਦ ਸਾਨੂੰ ਉਹ ਰਿਸਪੌਂਸ ਨਾ ਦੇਵੇ। ਪਰ ਜੇ ਅਗਰ ਸ਼ਬਦ ਪ੍ਰਧਾਨ ਅਸੀਂ ਗਾਇਕੀ ਗਾਉਂਦੇ ਹਾਂ ਤੇ ਸੰਗਤ ਵੱਲੋਂ ਸਾਨੂੰ ਪੂਰਨ ਤੌਰ ਤੇ ਬਹੁਤ ਹੀ ਸਰਪ੍ਰਸਤੀ ਮਿਲਦੀ ਹੈ, ਅਸੀਸ ਮਿਲਦੀ ਹੈ ਔਰ ਸ਼ਬਦ ਆਪ ਵਸਦਾ। ਬਿਲਕੁਲ ਡਾਕਟਰ ਸਾਹਿਬ, ਇੱਕ ਸਵਾਲ ਹੋਰ ਮਨ ਦੇ ਵਿੱਚ ਆਇਆ ਕਿ ਜਿਸ ਤਰ੍ਹਾਂ ਰਾਗ ਦੀ ਜੋ ਪੱਧਤੀ ਹੈ, ਜਿਸ ਤਰ੍ਹਾਂ ਕੀਰਤਨ ਕਰਨ ਲੱਗੇ ਉਹ ਵੀ ਬਣੀ ਰਹੇ ਤੇ ਜਿਹੜੇ ਸੁਣਨ ਵਾਲੇ ਨੇ, ਸਰੋਤੇ ਨੇ, ਜੋ ਸੰਗਤ ਹੈ ਉਹ ਵੀ ਬੋਰ ਨਾ ਮਹਿਸੂਸ ਕਰੇ, ਕਿ ਉਹਨਾਂ ਨੂੰ ਸਮਝ ਆਵੇ ਰਾਗਾਂ ਦੇ ਵਿੱਚ ਕੀਰਤਨ, ਕਿਉਂਕਿ ਜ਼ਿਆਦਾਤਰ ਉਹਨਾਂ ਦਾ ਇਹੀ ਸ਼ਿਕਵਾ ਹੁੰਦਾ ਕਿ ਰਾਗਾਂ 'ਚ ਕੀਰਤਨ ਸਾਨੂੰ ਸਮਝ ਨਹੀਂ ਆਉਂਦਾ। ਉਹਨਾਂ ਦੀ ਆਪਣੀ ਸਮਝ ਹੈ, ਹਰ ਕਿਸੇ ਦਾ ਆਪਣਾ ਦਿਮਾਗ ਹੁੰਦਾ। ਤਾਂ ਇਸ ਤਰ੍ਹਾਂ ਦੀ ਕੋਈ ਵਿਧੀ ਹੈ, ਸੌਖੀ ਵਿਧੀ, ਕਿ ਰਾਗ 'ਚ ਵੀ ਹੋਵੇ ਔਰ ਸੰਗਤ ਨੂੰ ਵੀ ਸਮਝ ਆ ਜਾਵੇ? ਗੁਰਮਤਿ ਸੰਗੀਤ ਸ਼ਬਦ ਕੀਰਤਨ ਦੀ ਗਾਇਕੀ ਹੈ, ਸ਼ਬਦ ਪ੍ਰਧਾਨ ਗਾਇਕੀ ਹੈ। ਜਦੋਂ ਅਸੀਂ ਇਹ ਟਰਮਸ ਵਰਤ ਲੈਂਦੇ ਹਾਂ ਨਾ ਜੀ ਕਿ ਰਾਗਾਂ ਦਾ ਕੀਰਤਨ ਹੈ, ਪੱਕੇ ਰਾਗਾਂ ਦਾ ਕੀਰਤਨ ਹੈ, ਰਾਗਾਂ ਦਾ ਕੀਰਤਨ ਹੈ, ਤਾਂ ਰਾਗ ਕਲਾਸੀਕਲ 뮤직 ਵਿੱਚ ਰਾਗ ਗਾਏ ਜਾਂਦੇ ਨੇ। ਅਸੀਂ ਨਿਰਧਾਰਿਤ ਰਾਗਾਂ ਵਿੱਚ ਗਾਇਨ ਕਰਨਾ, ਅਸੀਂ ਨਿਰਧਾਰਿਤ ਰਾਗਾਂ ਵਿੱਚ ਕੀਰਤਨ ਕਰਨਾ, ਨਾ ਕਿ ਰਾਗਾਂ ਦਾ ਕੀਰਤਨ ਕਰਨਾ ਹੈ। ਔਰ ਜਦੋਂ ਅਸੀਂ ਸ਼ਬਦ ਪ੍ਰਧਾਨ ਗਾਇਕੀ ਗਾਵਾਂਗੇ ਜਾਂ ਗੁਰਮਤਿ ਸੰਗੀਤ ਦੇ ਸਿਧਾਂਤ ਦੇ ਅਨੁਸਾਰ ਹੀ ਹੋ ਕੇ ਕੀਰਤਨ ਕਰਾਂਗੇ ਤਾਂ ਬਿਲਕੁਲ ਸ਼ਬਦ ਉਸੇ ਤਰ੍ਹਾਂ ਹੀ ਸੰਗਤ ਦੇ ਵਿੱਚ ਵਸੇਗਾ ਜਿਸ ਤਰ੍ਹਾਂ ਸੁਗਮ ਸੰਗੀਤ ਦਾ ਸ਼ਬਦ ਕੀਰਤਨ ਵਸ ਰਿਹਾ। ਫॉर ਐਗਜ਼ਾਮਪਲ, ਅਗਰ ਅਸੀਂ ਰਹਾਉ ਦੀ ਤੁਕ ਨੂੰ ਸਥਾਈ ਬਣਾਵਾਂਗੇ, ਅਗਰ ਅਸੀਂ ਜੋ ਗੁਰੂ ਸਾਹਿਬ ਨੇ ਅੰਕਾਂ ਦੀ ਡਿਵੀਜ਼ਨ ਕੀਤੀ ਹੈ ਉਸ ਅਨੁਸਾਰ ਅੰਤਰੇ ਬਣਾਵਾਂਗੇ, ਜਦੋਂ ਅਸੀਂ ਉਸ ਸ਼ੈਲੀ ਵਿੱਚ ਗਾਵਾਂਗੇ, ਉਸ ਅੰਦਾਜ਼ ਵਿੱਚ ਗਾਵਾਂਗੇ ਔਰ ਉਸ ਰਾਗ ਵਿੱਚ ਗਾਵਾਂਗੇ ਤਾਂ ਅਸੀਂ ਗੁਰਮਤਿ ਸੰਗੀਤ ਦੇ ਅਨੁਸਾਰ ਹੀ ਹੋ ਕੇ ਸ਼ਬਦ ਗਾਇਕੀ ਕਰ ਰਹੇ ਹੋਵਾਂਗੇ, ਗੁਰਮਤਿ ਸੰਗੀਤ ਵਿੱਚ ਸ਼ਬਦ ਕੀਰਤਨ ਕਰ ਰਹੇ ਹੋਵਾਂਗੇ, ਨਾ ਕਿ ਅਸੀਂ ਰਾਗਾਂ ਦੇ ਵਿੱਚ ਸ਼ਬਦ ਕੀਰਤਨ ਕਰ। ਇਹ ਇੱਕ ਜਿਹੜਾ ਹੈ ਕਿ ਸੰਗਤ ਦੇ ਵਿੱਚ ਆਮ ਤੌਰ ਤੇ ਸਾਡੇ ਬਾਰੇ ਵੀ ਕਈ ਵਾਰੀ ਇਹ ਹੁੰਦਾ ਹੈ ਕਿ ਹੁਣੇ ਆ ਗਏ ਨੇ ਤੇ ਇਹਨਾਂ ਨੇ ਤੇ ਰਾਗਾਂ ਵਿੱਚ ਹੀ ਕੀਰਤਨ ਕਰਨਾ ਔਰ ਇਹਨਾਂ ਦਾ ਕੀਰਤਨ ਸਾਨੂੰ ਸਮਝਣਾ ਹੈ। ਪਰ ਜਦੋਂ ਅਸੀਂ ਸ਼ਬਦ ਪ੍ਰਧਾਨ ਗਾਇਕੀ ਗਾਉਂਦੇ ਹਾਂ, ਮੈਂ ਇੱਥੇ ਬੜੇ ਫਖਰ ਨਾਲ ਕਹਿੰਦਾ ਕਿ ਇਸ ਵੇਲੇ ਜਿਹੜੇ ਸਾਡੇ ਕੀਰਤਨੀਏ ਨੇ ਉਹ ਸ਼ਬਦ ਪ੍ਰਧਾਨ ਗਾਇਕੀ ਵੱਲ ਨੂੰ ਮੁੜੇ ਨੇ। ਇਸ ਦਾ ਵੀ ਭਰਪੂਰ ਵਿਕਾਸ ਹੋਏਗਾ ਕਿਉਂਕਿ ਹੁਣ ਯੂਨੀਵਰਸਿਟੀਜ਼ ਦੇ ਵਿੱਚ ਆ ਗਿਆ, ਅਕਾਦਮਿਕ ਤੌਰ ਤੇ ਇਸ ਦਾ ਵਿਕਾਸ ਹੋ ਗਿਆ, ਸਾਡੀਆਂ ਪ੍ਰਬੰਧਕ ਕਮੇਟੀਆਂ ਇਸ ਪ੍ਰਤੀ ਜਾਗਰੂਕ ਹੋ ਰਹੀਆਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਗਰੂਕ ਹੋ ਰਹੀ ਹੈ ਔਰ ਵਿਸ਼ਵ ਪੱਧਰ ਉੱਤੇ ਹਰ ਜਿਹੜਾ ਗੁਰੂ ਘਰ ਹੈ ਉਹ ਇਸ ਪ੍ਰਤੀ ਸੁਚੇਤ ਹੋ ਰਿਹਾ। ਇਹ ਇੱਕ ਪੋਜ਼ਿਟਿਵ ਸਾਈਨ ਹੈ ਔਰ ਗੁਰੂ ਦੀ ਕਿਰਪਾ ਸਾਡੇ ਤੇ ਜ਼ਰੂਰ ਹੋਏਗੀ। ਜੀ ਜੀ ਬਿਲਕੁਲ, ਅਸੀਂ ਵੀ ਜੋਦੜੀ ਕਰਦੇ ਹਾਂ ਕਿ ਗੁਰਮਤਿ ਸੰਗੀਤ ਦਾ ਜਿਹੜਾ ਉਹੀ ਪੁਰਾਤਨ ਰੂਪ ਹੈ ਉਹ ਮੁੜ ਤੋਂ ਵਿਕਾਸ ਹੋਵੇ ਉਸਦਾ। ਸੋ ਡਾਕਟਰ ਸਾਹਿਬ, ਇੱਕ ਤੁਹਾਡੇ ਬਾਰੇ ਮੈਂ ਨਿੱਜੀ ਸਵਾਲ ਪੁੱਛਣਾ ਚਾਹਾਂਗੀ ਕਿ ਗੁਰਮਤਿ ਸੰਗੀਤ ਦੇ ਨਾਲ ਤੁਸੀਂ ਜੁੜੇ ਹੋ, ਕਦੋਂ ਤੋਂ ਤੁਸੀਂ ਜੁੜੇ ਹੋਏ ਹੋ, ਕਿਸ ਤਰ੍ਹਾਂ ਇਹ ਜਿਹੜੀ ਵਿਧੀ ਬਣੀ ਕਿ ਤੁਸੀਂ ਜ਼ਿੰਦਗੀ ਜਿਹੜੀ ਗੁਰਮਤਿ ਸੰਗੀਤ ਨੂੰ ਸਮਰਪਿਤ ਕੀਤੀ ਹੋਈ ਹੈ? ਮੈਨੂੰ ਤਾਂ ਕੀਰਤਨ ਦੀ ਗੁੜਤੀ ਮਿਲੀ ਹੈ, ਸਾਡਾ ਸਾਰਾ ਪਰਿਵਾਰ ਕੀਰਤਨੀਆਂ ਦਾ ਪਰਿਵਾਰ ਹੈ। ਮੇਰੇ ਪਿਤਾ ਜੀ ਸ਼੍ਰੋਮਣੀ ਰਾਗੀ ਭਾਈ ਉੱਤਮ ਸਿੰਘ ਜੀ, ਉਹਨਾਂ ਨੂੰ ਵੀ ਸ਼੍ਰੋਮਣੀ ਰਾਗੀ ਦਾ ਅਵਾਰਡ ਪੰਜਾਬ ਸਰਕਾਰ ਵੱਲੋਂ ਮਿਲਿਆ। ਉਹਨਾਂ ਨੇ ਆਪਣੇ ਸਾਰਾ ਜੀਵਨ ਕੀਰਤਨ ਕੀਤਾ। ਮੇਰੇ ਵੱਡੇ ਭਰਾ ਡਾਕਟਰ ਜਗੀਰ ਸਿੰਘ, ਉਹ ਵੀ ਇੱਕੋ ਪਰਿਵਾਰ ਹੈ ਜਿਸ ਵਿੱਚ 3 ਵਿਅਕਤੀਆਂ ਨੂੰ ਸ਼੍ਰੋਮਣੀ ਰਾਗੀ ਦਾ ਅਵਾਰਡ ਮਿਲਿਆ। ਔਰ ਉਸ ਤੋਂ ਬਾਅਦ ਮੈਂ ਵੀ ਇਸ ਪਾਸੇ ਨਿਰਸੰਦੇਹ ਮੈਂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹਾਂ, ਪਰ ਨਾਲ ਕੀਰਤਨੀਏ ਦੇ ਤੌਰ ਤੇ ਕੀਰਤਨੀਆਂ ਹੋਣ ਤੇ ਮੈਨੂੰ ਸਭ ਤੋਂ ਜ਼ਿਆਦਾ ਮਾਣ ਹੈ ਔਰ ਮੈਂ ਚਾਹਾਂਗਾ ਕਿ ਮੇਰਾ ਜਿਹੜਾ ਸਾਰੇ ਸਵਾਸ ਨੇ ਉਹ ਕੀਰਤਨ ਨੂੰ ਸਮਰਪਿਤ ਹੋਣ ਔਰ ਆਉਣ ਵਾਲੇ ਸਮੇਂ ਅਕਾਦਮਿਕ ਜ਼ਿੰਮੇਵਾਰੀਆਂ ਦੇ ਨਾਲ ਵੀ ਔਰ ਇਹਨਾਂ ਤੋਂ ਸੁਰਖਰੂ ਹੋ ਕੇ ਵੀ ਮੈਂ ਜੀਵਨ ਭਰ ਕੀਰਤਨ ਹੀ ਕਰਦਾ ਰਹਾਂ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਕਿ ਯੂਨੀਵਰਸਿਟੀ ਦੇ ਵਿੱਚ ਇੰਨੇ ਵੱਡੇ ਜਿਹੜੇ ਪੱਧਰ ਤੇ 13 ਸਾਲਾਂ ਦੇ ਵਿੱਚ ਜੋ ਵਿਕਾਸ ਗੁਰਮਤਿ ਸੰਗੀਤ ਨੇ ਕੀਤਾ ਹੈ ਉਸ ਦੇ ਲਈ ਵਧਾਈ ਦੇ ਪਾਤਰ ਤੁਸੀਂ ਵੀ ਔਰ ਨਾਲ ਹੀ ਨਾਲ ਜਿਹੜੇ ਹੁਣ ਤੱਕ ਸਟੂਡੈਂਟ ਨਿਕਲੇ ਨੇ ਉਹ ਵੀ। ਸੋ ਇਸ ਬਾਰੇ ਅਸੀਂ ਯੂਨੀਵਰਸਿਟੀ ਦੇ ਵਿੱਚ ਡਾਕਟਰ ਸਾਹਿਬ ਨੇ ਕਿਸ ਤਰ੍ਹਾਂ ਡਿਪਾਰਟਮੈਂਟ ਜਿਹੜਾ ਗੁਰਮਤਿ ਸੰਗੀਤ ਉਹ ਖੜਾ ਕੀਤਾ ਔਰ ਹੁਣ ਤੱਕ ਕਿੰਨਾ ਵਿਕਾਸ ਕੀਤਾ ਹੈ ਗੁਰਮਤਿ ਸੰਗੀਤ ਡਿਪਾਰਟਮੈਂਟ ਨੇ ਔਰ ਕੀ ਕੁਝ ਯੋਗਦਾਨ ਰਿਹਾ ਹੈ ਗੁਰਮਤਿ ਸੰਗੀਤ ਦੇ ਵਿੱਚ, ਇਸ ਬਾਰੇ ਅਸੀਂ ਕੱਲ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਅੱਜ ਦੇ ਲਈ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਬਾਣੀ ਦੇ ਵਿੱਚ ਖਾਸ ਤੌਰ ਤੇ ਸ਼ਾਮਿਲ ਹੋਣ ਦਾ। ਬਹੁਤ ਬਹੁਤ ਸ਼ੁਕਰੀਆ ਜੀ, ਮੈਨੂੰ ਇਸ ਚੈਨਲ ਦੇ ਜ਼ਰੀਏ ਸੰਗਤਾਂ ਨਾਲ ਗੁਰਮਤਿ ਸੰਗੀਤ ਸੰਬੰਧੀ ਵਿਚਾਰ ਸ਼ੇਅਰ ਕਰਨ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਣੀ ਦੇ ਵਿੱਚ ਇੱਥੇ ਹੀ ਤੁਹਾਡੇ ਸਭ ਤੋਂ ਇਜਾਜ਼ਤ ਚਾਹਾਂਗੇ। ਕੱਲ ਨੂੰ ਮੁੜ ਮਿਲਦੇ ਹਾਂ ਇਸੇ ਟਾਈਮ ਤੇ ਇਸੇ ਚੈਨਲ ਤੇ। ਬਖਸ਼ੋ ਆ ਗਿਆ, ਰੱਬ ਰਾਖਾ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।